साहिब जी जिसमें अमृत ज्ञान है मानक भगत वैराग। श्री गुरु ग्रंथ साहिब उदद बंदों कार्य अनुराग। एक अंकार सतगुरु तेह प्रसाद सच होए। वाहिगुरु जी की फतेह है विघ्न विनाशन सो। श्री वाहिगुरु जी की फतेह है विघ्न विनाशन सोए। मम चित की लख अंतर जामी करियो कृतार्थ सतगुरु स्वामी। वाहिगुरु जी का खालसा वाहिगुरु जी की फतेह। पतत पावन किरपा निधान गरीब नवाज सतगुरु श्री गुरु ग्रंथ साहिब जियां दी पवित्र पावन हजूरी अंदर विराजमान हो रही गुरु की संगत आप संगतां ने सतगुरां दी इलाही गुरबाणी दे कीर्तन सरवण कीते। मिलिया समा ते सवास सफले बनाए ने। इस वेले गुरु तेग बहादुर महाराज साहब जियां दे जीवन की कथा आपां सरवण कर रहे हाँ। औरंगजेब दी हुक्म दे नाल आग्या दे नाल सतगुरां नूं कैदखाने विच कैद कीता गया। दिल्ली दे विच रहन वाला एक सिख बड़ी भावना दे नाल अरदास करदा है कि सतगुरु पातशाह जी मेरे घर में प्रशादा भोजन छको। जे आप जी मेरे घर नहीं आ सकते तो मैं कैद खाने में लैके आ जाता। गुरु तेग बहादुर महाराज जी की भावना वेख के कहन लगे नहीं तू कल नूं सवेरे पहले पैर प्रशादा तैयार करी असीं तेरे घर में आके छकांगे। अगला दिन चढ़िया सिख ने प्रशादा तैयार किया है। गुरु तेग बहादुर पातशाह जी सिख दे घरे जाके प्रगट होए ने। बड़े सोहने मूढ़े दे उपर आसन ला के महाराज नूं बिठाया। कई तरह के पकवान छकण वास्ते बनाए ने। ये इतिहास आपां पिछे सरवण कीता है। आओ अगे जिवें महाराज कृपा करदे सरवण करिए मिल के आखिए सतनाम श्री वाहिगुरु साहिब जी। मम चित की लख अंतर जामी। सिख बेनती करदा है ऐ सतगुरु जी मेरे चित दी जान के मेरे मन दी जान के मेरी भावना नूं वेख के महाराज आप जियां ने मेरे घर विच आके चरण पाए हन। करियो कृतार्थ सतगुरु स्वामी। सतगुरु पातशाह जी आप जी स्वामी हो मालक हो मैनू कृतार्थ कीता मेरे घर दे विच आप जी पहुँचे हो। इत्यादक कर भाओ कनेरा। इत्यादक भाओ करके प्रेम करके सतगुरां दे नाल ये सिख बचन करदा है। कीन प्रसाद तैयार तिसवेरा। वो जिहड़ा प्रसाद तैयार सी ना घर दे विच भोजन आपां कल बचन सरवण कीता सी। खीर बनाई है प्रसाद बनाया है कुछ लूणे ते कुछ मिठे पकवान बनाए। वो जिन्ने भी छकण वास्ते प्रसाद तैयार कीते हन। दर्शन हेत अपर सिखिया। सतगुरां दे आए ने सिख दे घर। ये गल ਜਿਹੜੇ ਆਂਢੀ ਗੁਆਂਢੀ ਸਿੱਖ ਸਨ ਗਲੀ ਮਹੱਲੇ ਵਿੱਚ ਰਹਿਣ ਵਾਲੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਸਿੱਖ ਦੇ ਘਰੇ ਗੁਰੂ ਤੇਗ ਬਹਾਦਰ ਪਾਤਸ਼ਾਹ ਆ ਗਏ ਨੇ। ਇਸ ਕਰਕੇ ਹੋਰ ਜਿਹੜੇ ਗੁਆਂਢੀ ਸਿੱਖ ਸਨ ਉਸ ਮਹੱਲੇ ਵਿੱਚ ਰਹਿਣ ਵਾਲੇ ਜਿਨ੍ਹਾਂ ਨੂੰ ਪਤਾ ਲੱਗਾ ਉਹ ਦਰਸ਼ਨ ਕਰਨ ਵਾਸਤੇ ਆ ਗਏ ਹਨ। ਕਰ ਜੋਰੈ ਅਰ ਸੀਸ ਨਿਵਾਏ। ਸਤਿਗੁਰਾਂ ਦੇ ਅੱਗੇ ਹੱਥ ਜੋੜਦੇ ਮੱਥਾ ਟੇਕਦੇ ਅਤੇ ਸੀਸ ਝੁਕਾਉਂਦੇ ਹਨ। ਬਿਨੈ ਉਚਾਰੈ ਚਰਨ ਸਪਰਸੈ। ਸਤਿਗੁਰਾਂ ਦੇ ਅੱਗੇ ਬੇਨਤੀਆਂ ਕਰਦੇ ਚਰਨਾਂ ਨੂੰ ਸਪਰਸ਼ ਕਰਕੇ ਚਰਨਾਂ ਨੂੰ ਪਕੜ ਕੇ ਬੇਨਤੀ ਕਰਦੇ। ਇਹ ਜਿਹੜੇ ਸਿੱਖ ਆਏ ਹੋਏ ਹਨ ਪ੍ਰੇਮੀ ਆਏ ਸੁਨਤ ਹੀ ਦਰਸੈ। ਜਿਹੜੇ ਪ੍ਰੇਮੀ ਨੇ ਗੁਰੂ ਘਰ ਦੇ ਸ਼ਰਧਾਵਾਨ ਗੁਰੂ ਦੇ ਦਰਸ਼ਨਾਂ ਵਾਸਤੇ ਆ ਕੇ ਸਾਰੇ महाराज ਦੇ ਪਵਿੱਤਰ ਦਰਸ਼ਨ ਕਰਦੇ ਹਨ। ਆਪ ਸਿੱਖ ਨੇ ਜਲ ਕਰ ਮੈਂ ਧਾਰੇ। ਉਸ ਵੇਲੇ ਸੰਗਤਾਂ ਦਰਸ਼ਨ ਕਰ ਰਹੀਆਂ। ਸਿੱਖ ਨੇ ਬੇਨਤੀ ਕੀਤੀ महाराज ਮੈਂ ਆਪ ਜੀ ਦੀ ਸੇਵਾ ਕਰਨੀ ਚਾਹੁੰਦਾ। ਹੱਥ ਵਿੱਚ ਜਲ ਲੈ ਕੇ ਨਾ ਜਗ ਦਾ ਗੜਵਾ ਲੈ ਕੇ ਪਾਣੀ ਦਾ ਕਹਿਣ ਲੱਗੇ। ਉਸ ਵੇਲੇ ਹਿਤ ਕਰ ਗੁਰ ਕੇ ਚਰਨ ਪਖਾਰੇ। ਬੜੀ ਭਾਵਨਾ ਨਾਲ ਸ਼ਰਧਾ ਨਾਲ ਗੁਰੂ ਦੇ ਚਰਨ ਧੋਤੇ। ਇਸ ਸਿੱਖ ਨੇ ਸਾਹਿਬ ਗੁਰੂ ਤੇਗ ਬਹਾਦਰ महाराज साहब जियां दे
ਪਵਿੱਤਰ ਚਰਨਾਂ ਨੂੰ ਜਲ ਦੇ ਨਾਲ, ਆਪਣੇ ਹੱਥਾਂ ਦੇ ਨਾਲ, ਬੜੀ ਭਾਵਨਾ ਦੇ ਨਾਲ ਧੋਤਾ ਹੈ। ਬਸਤਰ ਸਾਤ ਮੁਛਨ ਕਰਨੀ ਫਿਰ ਬੜੇ ਸੋਹਣੇ ਤੌਲੀਏ ਦੇ ਨਾਲ, ਕੱਪੜੇ ਦੇ ਨਾਲ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਨੂੰ ਸਾਫ਼ ਵੀ ਕੀਤਾ, ਪੂੰਝਿਆ ਵੀ ਹੈ, ਪਾਣੀ ਨੂੰ ਸਾਫ਼ ਕੀਤਾ, ਬੜੀ ਭਾਵਨਾ ਹੈ। ਪੁਨः ਪਲੋਸਤਾ ਆਸ਼ਰੈ ਜੀ ਕੇ, ਅਤੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਚਰਨਾਂ ਨੂੰ ਪਲੋਸਦਾ ਹੈ, ਚਰਨਾਂ ਨੂੰ ਸਪਰਸ਼ ਕਰਦਾ, ਵਾਰ-ਵਾਰ ਚਰਨਾਂ ਤੇ ਹੱਥ ਲਾਉਂਦਾ ਹੈ, ਕਿਉਂਕਿ ਸਤਿਗੁਰਾਂ ਦੇ ਚਰਨ ਸਿੱਖ ਦਾ ਆਸਰਾ ਹਨ। ਸਿੱਖ ਨੂੰ ਆਸਰਾ ਦੇਣ ਵਾਲੇ ਨੇ ਮਹਾਰਾਜ ਦੇ ਚਰਨ। ਐਸੀ ਬਖਸ਼ਿਸ਼ ਮਹਾਰਾਜ ਕਰਦੇ ਹਨ। ਜਨ ਚਰਨਨ ਕੀ ਸੇਵਾ ਕਾਰਨ, ਜਿਨ੍ਹਾਂ ਸਤਿਗੁਰਾਂ ਦੇ ਚਰਨਾਂ ਦੀ ਸੇਵਾ ਬੜੀ ਮਹਾਨ ਹੈ, ਜਿਸ ਸੇਵਾ ਨੂੰ ਕਰਕੇ ਸੁਰ ਸਿਹਾਏ ਕਿਮ ਕਰ ਹੈ ਧਾਰਨ। ਕਹਿਣ ਲੱਗੇ ਵੀ ਇਹ ਜਿਹੜੀ ਸੇਵਾ ਹੈ ਨਾ, ਇਹ ਸੇਵਾ ਨੂੰ ਦੇਵਤੇ ਤਰਸਦੇ ਨੇ, ਇਹ ਸੇਵਾ ਦੇਵਤੇ ਵੀ ਨਹੀਂ ਕਰ ਸਕਦੇ, ਜਿਹੜੀ ਸੇਵਾ ਸਿੱਖ ਨੇ ਗੁਰੂ ਦੀ ਕੀਤੀ ਹੈ। ਇਸ ਦੇਹੀ ਕੋ ਸਿਮਰੈ ਦੇਵ, ਭਾਵੇਂ ਦੇਵਤੇ ਸਵਰਗ ਵਿੱਚ ਬੈਠੇ ਨੇ, ਪਰ ਜਿਹੜੀ ਦੇਹੀ ਸਵਰਗਾਂ ਦੇ ਵਿੱਚ ਦੇਵਤਿਆਂ ਦੇ ਕੋਲ ਹੈ, ਉਸ ਦੇਹੀ ਦੇ ਵਿੱਚ ਮੁਕਤੀ ਨਹੀਂ ਹੈ। ਜਿਹੜਾ ਸਰੀਰ ਦੇਵਤਿਆਂ ਕੋਲ ਹੈ ਨਾ ਗੁਰਮੁਖੋ, ਇਹ ਬਚਨ ਪੱਲੇ ਬੰਨ੍ਹ ਲਓ ਵੀ ਦੇਵਤਿਆਂ ਨੂੰ ਉਹ ਸਰੀਰ ਵਿੱਚ ਮੁਕਤੀ ਨਹੀਂ ਮਿਲੇਗੀ। ਬਾਣੀ ਦਾ ਬਚਨ ਪੜ੍ਹਦੇ ਹਾਂ, ਬ੍ਰਹਮ ਮਹੇਸ਼ਰ ਬਿਸ਼ਨ ਸੱਚੀ ਪਤ, ਅੰਤ ਫਸੇ ਜਮ ਫਾਂਸ ਪਰੇਂਗੇ। ਬਰਮਾ ਵਰਗੇ ਦੇਵਤੇ, ਇੰਦਰ ਵਰਗੇ ਦੇਵਤੇ, ਇੱਕ ਸਮੇਂ ਆ ਕੇ ਗਲ ਵਿੱਚ ਫਾਹੀ ਪੈਣੀ ਹੈ ਮੌਤ ਦੀ। ਮੁਕਤੀ ਜਿਹੜੀ ਹੈ ਨਾ ਮਨੁੱਖਾ ਸਰੀਰ ਵਿੱਚ ਮਿਲਣੀ ਹੈ। ਇਹ ਰੱਬ ਦੀ ਇੱਕ ਮਰਿਆਦਾ, ਇੱਕ ਕਾਨੂੰਨ ਬਣਾਇਆ ਪਰਮੇਸ਼ਰ ਨੇ ਵੀ ਜੇ ਮੁਕਤੀ ਲੈਣੀ ਹੈ ਤੇ ਮਨੁੱਖਾ ਸਰੀਰ ਵਿੱਚ ਆਉਣਾ ਪੈਣਾ, ਭਾਵੇਂ ਦੇਵਤਾ ਵੀ ਕਿਉਂ ਨਾ ਹੋਵੇ। ਇਸ ਕਰਕੇ ਮਨੁੱਖਾ ਦੇਹੀ ਸੇਵਾ ਕਰ ਸਕਦੀ ਹੈ। ਇਸ ਦੇਹੀ ਕੋ ਸਿਮਰੈ ਦੇਵ, ਤਾਂ ਦੇਵਤੇ ਮਨੁੱਖਾ ਸਰੀਰ ਨੂੰ ਚਾਹੁੰਦੇ ਨੇ ਵੀ ਸਾਨੂੰ ਵੀ ਮਿਲੇ। ਸੋ ਦੇਹੀ ਭਜ ਹਰ ਕੀ ਸੇਵ, ਫਿਰ ਤੂੰ ਇਸ ਦੇਹੀ ਦੇ ਨਾਲ ਗੁਰੂ ਦੀ ਸੇਵਾ ਕਿਉਂ ਨਹੀਂ ਕਰਦਾ ਭਾਈ? ਕਰ ਲੈ। ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਮਨੁੱਖਾ ਜਨਮ ਦਾ ਜੇ ਲਾਭ ਹੈ ਨਾ, ਅਸੀਂ ਆਖਦੇ ਮੈਂ ਫਲਾਣਾ ਕੰਮ ਕੀਤਾ ਮੈਨੂੰ ਬੜਾ ਲਾਭ, ਫਲਾਣਾ ਮੈਂ ਕੰਮ ਕੀਤਾ ਬੜਾ ਲਾਭ ਹੋਇਆ। ਨਹੀਂ, ਮਨੁੱਖਾ ਜਨਮ ਦਾ ਇੱਕੋ ਹੀ ਲਾਭ ਹੈ, ਕੇਵਲ ਤੇ ਕੇਵਲ ਪਰਮਾਤਮਾ ਦਾ ਜਪਿਆ ਹੋਇਆ ਨਾਮ। ਦੁਨੀਆ ਦੇ ਵਿੱਚ ਜੋ ਵੀ ਕਮਾਇਆ, ਜੋ ਵੀ ਪ੍ਰਾਪਤ ਕੀਤਾ, ਇੱਥੇ ਛੱਡ ਕੇ ਜਾਵੇਂਗਾ। ਇੱਕ ਨਾਮ ਹੈ ਜਿਹੜਾ ਤੇਰੇ ਕੋਲੋਂ ਵੰਡਾ ਕੋਈ ਨਹੀਂ ਸਕਦਾ। ਬਾਪ ਦੀ ਜਗੀਰ ਜਿਹੜੀ ਹੈ ਨਾ ਪੁੱਤਰਾਂ ਵਿੱਚ ਵੰਡੀ ਜਾਣੀ ਹੈ, ਭਾਵੇਂ ਉਹ ਕਿਸੇ ਵੀ ਤਰ੍ਹਾਂ ਦੀ ਹੈ। ਜਿਹੜੀ ਤੂੰ ਮਾਇਆ ਕਮਾਈ ਹੈ ਉਹ ਵੀ ਅੱਗੇ ਪਰਿਵਾਰ ਵਿੱਚ ਵੰਡੀ ਜਾਣੀ ਹੈ। ਪਰ ਪਰਮਾਤਮਾ ਦਾ ਨਾਮ ਇਹੋ ਜਿਹਾ, ਨਾ ਕੋਈ ਬਾਪ ਵੰਡਾ ਸਕਦਾ, ਨਾ ਕੋਈ ਪੁੱਤਰ ਵੰਡਾ ਸਕਦਾ, ਨਾ ਕੋਈ ਆਂਢੀ ਗੁਆਂਢੀ, ਕੋਈ ਸਰੀਕਾ ਕਬੀਲਾ, ਕੋਈ ਨਹੀਂ ਵੰਡਾ ਸਕਦਾ। ਉਹ ਤੂੰ ਜਪਿਆ ਉਹ ਤੇਰੇ ਕੋਲ ਹੀ ਰਹਿਣਾ ਹੈ। ਇਸ ਕਰਕੇ ਮਹਾਰਾਜ ਕਹਿਣ ਲੱਗੇ, ਭਜੋ ਗੋਬਿੰਦ ਭੂਲ ਮਤ ਜਾਹੋ, ਮਾਨਸ ਜਨਮ ਕਾ ਇਹੀ ਲਾਭ। ਇਹ ਲਾਭ ਜੇ ਮਨੁੱਖਾ ਜਨਮ ਦਾ, ਜਿਹੜਾ ਤੇਰੇ ਕੋਲ ਹੀ ਰਹਿਣਾ ਹੈ। ਤੇ ਸਤਿਗੁਰਾਂ ਦੇ ਪਵਿੱਤਰ ਬਚਨ ਆਪਾਂ ਪੜ੍ਹਦੇ ਹਾਂ। ਮਹਾਰਾਜ ਕਹਿਣ ਲੱਗੇ ਕਿ ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਇਹ ਵੀ ਬਾਣੀ ਦੇ ਬਚਨ। ਜਿਹੜੀਆਂ ਪਵਿੱਤਰ ਰੂਹਾਂ ਨੇ ਨਾ, ਸੁੱਚੀਆਂ ਰੂਹਾਂ ਨੇ, ਪਵਿੱਤਰ ਰੂਹਾਂ ਨੇ, ਉਹ ਮਨੁੱਖਾ ਦੇਹੀ ਪਾਉਣ ਵਾਸਤੇ ਗੁਪਤ ਰੂਪ ਦੇ ਵਿੱਚ ਸਾਧੂਆਂ ਦੀ ਸੇਵਾ ਕਰਦੀਆਂ। ਜਿਹੜੇ ਨਾਮ ਜਪਣ ਵਾਲੇ ਗੁਰਮੁਖ ਨੇ ਨਾ, ਬੰਦਗੀ ਕਰਨ ਵਾਲੇ, ਉਹਨਾਂ ਦੀ ਸੇਵਾ ਗੁਪਤ ਰੂਹਾਂ ਕਰਦੀਆਂ, ਪਵਿੱਤਰ ਰੂਹਾਂ ਆ ਕੇ ਵੀ ਇਹਨਾਂ ਦੀ ਮਿਹਰ ਹੋ ਜਾਵੇ ਤੇ ਸਾਨੂੰ ਜਨਮ ਦੇ ਵਿੱਚ ਪ੍ਰਾਪਤੀ ਹੋ ਜਾਵੇ, ਅਸੀਂ ਜਨਮ ਵਿੱਚ ਆ ਜਾਈਏ। ਕਿਉਂਕਿ ਹਾਲੇ ਉਹ ਰੂਹਾਂ ਜਿਹੜੀਆਂ ਨੇ ਉਹ ਜਨਮ ਤੋਂ ਬਿਨਾਂ ਨੇ। ਜਿੰਨਾ ਚਿਰ ਜਨਮ ਨਹੀਂ ਮਿਲੇਗਾ ਉਹਨਾਂ ਚਿਰ ਮੁਕਤੀ ਨਹੀਂ ਮਿਲੇਗੀ। ਜਨਮ ਲੈਣਾ ਪੈਣਾ ਮੁਕਤ ਹੋਣ ਵਾਸਤੇ। ਉਹ ਜਿਹੜੀਆਂ ਪਵਿੱਤਰ ਆਤਮਾਵਾਂ ਨੇ ਆਕਾਸ਼ ਦੇ ਵਿੱਚ ਬੈਠੀਆਂ ਨੇ, ਉਹ ਫਿਰ ਅਰਦਾਸ ਕਰਦੀਆਂ ਹੈ, ਪਰਮਾਤਮਾ ਕੋਈ ਸਾਧੂ ਹੋਵੇ ਬੰਦਗੀ ਕਰਨ ਵਾਲਾ, ਅਸੀਂ ਉਹਦੀ ਸੇਵਾ ਕਰੀਏ, ਉਹਦੀ ਸੇਵਾ ਦੇ ਵਿੱਚੋਂ ਸਾਨੂੰ ਬਖਸ਼ਿਸ਼ ਮਿਲੇ, ਉਹਦੀ ਬਖਸ਼ਿਸ਼ ਦੇ ਨਾਲ ਅਸੀਂ ਜਨਮ ਦੇ ਵਿੱਚ ਆਈਏ, ਜਨਮ ਦੇ ਵਿੱਚ ਆ ਕੇ ਅਸੀਂ ਨਾਮ ਜਪੀਏ ਤੇ ਮੁਕਤ ਹੋ ਜਾਈਏ। ਗੁਰਮੁਖੋ ਵੱਡੇ ਭਾਗ ਨੇ ਜੋ ਸਾਨੂੰ ਇਹ ਮਨੁੱਖਾ ਜਨਮ ਮਿਲਿਆ। ਇਸ ਜਨਮ ਨੂੰ ਲੈਣ ਵਾਸਤੇ ਪਵਿੱਤਰ ਰੂਹਾਂ ਤਰਸਦੀਆਂ ਪਈਆਂ ਨੇ ਵੀ ਸਾਨੂੰ ਸਰੀਰ ਮਿਲੇ, ਅਸੀਂ ਵੀ ਕਿਸੇ ਲਾਈਨ ਵਿੱਚ ਆਈਏ, ਕਿਸੇ ਨੰਬਰ ਵਿੱਚ ਆਈਏ। ਉਹ ਫਿਰ ਪਵਿੱਤਰ ਰੂਹਾਂ ਜਿਹੜੀਆਂ ਨੇ ਗੁਰਮੁਖਾਂ ਦੇ ਨਾਮ ਜਪਣ ਵਾਲਿਆਂ ਦੀਆਂ ਸੇਵਾ ਕਰਦੀਆਂ। ਨਾਮ ਜਪਣ ਵਾਲਿਆਂ ਦੀ ਫਿਰ ਰਹਿਮਤ ਹੁੰਦੀ ਹੈ ਨਾ, ਜਦੋਂ ਬਖਸ਼ਿਸ਼ ਹੁੰਦੀ ਹੈ, ਫਿਰ ਉਹ ਰੂਹਾਂ ਜਿਹੜੀਆਂ ਨੇ ਚੰਦਰਮਾ ਦੀਆਂ ਕਿਰਨਾਂ ਦੇ ਨਾਲ ਅਨਾਜ ਦੇ ਵਿੱਚ ਜਾ ਕੇ ਪ੍ਰਵੇਸ਼ ਕਰਦੀਆਂ। ਤੇ ਅਨਾਜ ਜਿਹੜਾ ਫਿਰ ਅਸੀਂ ਛਕਦੇ ਹਾਂ
ਉਹਦੇ ਤੋਂ ਖੂਨ ਬਣਦਾ ਹੈ, ਉਹਦੇ ਤੋਂ ਬਿੰਦ ਬਣਦੀ ਹੈ, ਫਿਰ ਉਹਦੇ ਤੋਂ ਸੰਤਾਨ ਪੈਦਾ ਹੁੰਦੀ, ਫਿਰ ਸਰੀਰ ਬਣ ਜਾਂਦਾ ਹੈ। ਇਹ ਦੇਹੀ ਲੈਣ ਵਾਸਤੇ ਉਹਨਾਂ ਨੇ ਬੜੀ ਸੇਵਾ ਕੀਤੀ ਹੈ, ਬੜੀਆਂ ਫਰਿਆਦਾਂ ਕੀਤੀਆਂ, ਫਿਰ ਜਾ ਕੇ ਉਹ ਦੇਹੀ ਨੂੰ ਪ੍ਰਾਪਤ ਹੋਏ। ਗੁਰ ਸੇਵਾ ਤੇ ਭਗਤ ਕਮਾਈ, ਤਬ ਇਹ ਮਾਨਸ ਦੇਹੀ ਪਾਈ। ਪ੍ਰਿੰਸੀਪਲ ਸਤਬੀਰ ਸਿੰਘ ਜੀਆਂ ਨੇ ਇਸ ਪੰਕਤੀ ਦੇ ਅਰਥ ਇਸ ਤਰੀਕੇ ਦੇ ਨਾਲ ਕੀਤੇ ਨੇ ਵੀ ਉਹ ਰੂਹਾਂ ਜਿਹੜੀਆਂ ਨੇ ਤਾਂ ਜਾ ਕੇ ਨਾਮ ਜਪਣ ਵਾਲਿਆਂ ਦੀਆਂ ਸੇਵਾ ਕਰਦੀਆਂ, ਇਹਨਾਂ ਦੀ ਮਿਹਰ ਹੋਵੇ ਤੇ ਸਾਨੂੰ ਜਨਮ ਮਿਲ ਜਾਵੇ, ਫਿਰ ਅਸੀਂ ਬੰਦਗੀ ਕਰਕੇ ਮੁਕਤ ਹੋ ਜਾਈਏ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਭਾਈ ਇਹ ਜਿਹੜੇ ਗੁਰੂ ਦੇ ਚਰਨ ਨੇ ਨਾ, ਇਹ ਤੂੰ ਮਨੁੱਖਾ ਜਨਮ ਦੇ ਵਿੱਚ ਹੀ ਇਹਨਾਂ ਨੂੰ ਪਰਸ ਸਕਦਾ ਹੈ, ਫੜ ਸਕਦਾ ਹੈ। ਜੇ ਮਨੁੱਖਾ ਜਨਮ ਚਲੇ ਗਿਆ ਤੇ ਗੁਰੂ ਦੇ ਚਰਨ ਵੀ ਨਹੀਂ ਫੜ ਸਕੇਗਾ। ਦੇਵਤੇ ਵੀ ਤਰਸਦੇ ਪਏ ਇਸ ਚੀਜ਼ ਨੂੰ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਇਸ ਤਰ੍ਹਾਂ ਜਿਨ੍ਹਾਂ ਨੂੰ ਦਾਤ ਪ੍ਰਾਪਤ ਹੋਈ ਹੈ ਉਹ ਗੁਰਮੁਖ ਸੇਵਾ ਕਰਦੇ ਹਨ। ਸੋ ਸਿੱਖ ਬੜ ਭਾਗੀ ਨੇ ਗਹਿ ਕਰ, ਉਹ ਵੱਡੇ ਭਾਗਾਂ ਵਾਲੇ ਸਿੱਖ ਨੇ ਜਿਹੜੇ ਗੁਰੂ ਦੇ ਚਰਨਾਂ ਨੂੰ ਫੜਦੇ ਨੇ। ਚਿੱਤ ਚਰਨ ਨਾਮ, ਨਾਮ ਵੀ ਗੁਰੂ ਦੇ ਚਰਨ ਹੀ ਨੇ। ਜੇ ਤੂੰ ਅੱਜ ਚਰਨ ਫੜਨੇ ਚਾਹਣਾ ਨਾ, ਸਵੇਰੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਕਰਿਆ ਕਰ, ਸਮਝ ਲਾ ਵੀ ਗੁਰੂ ਨਾਨਕ ਸਾਹਿਬ ਦੇ ਚਰਨ ਤੇਰੇ ਹੱਥਾਂ ਵਿੱਚ ਆ ਗਏ। ਸ੍ਰੀ ਸੁਖਮਨੀ ਸਾਹਿਬ ਦਾ ਪਾਠ ਕਰਦਾ ਪਿਆ, ਇਹ ਜਾਣ ਲੈ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨ ਤੇਰੇ ਹੱਥਾਂ ਦੇ ਵਿੱਚ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜ੍ਹਦਾ, 10 ਗੁਰੂ ਸਾਹਿਬਾਨਾਂ ਦੇ ਚਰਨਾਂ ਨੂੰ ਤੂੰ ਪਰਸਦਾ ਪਿਆ, ਐਸੀ ਦਾਤ ਤੈਨੂੰ ਪ੍ਰਾਪਤ ਹੁੰਦੀ ਹੈ। ਨੇਤਰਨ ਸਾਥ ਸਪਰਸ਼ਤ ਧਰ ਧਰ, ਤੇ ਉਸ ਵੇਲੇ ਆਪਣੇ ਨੇਤਰਾਂ ਦੇ ਨਾਲ ਗੁਰੂ ਦੇ ਵਾਰ-ਵਾਰ ਦਰਸ਼ਨ ਕਰਦਾ ਸਿੱਖ, ਆਪਣੇ ਨੇਤਰਾਂ ਨੂੰ ਵਾਰ-ਵਾਰ ਗੁਰੂ ਦੇ ਚਰਨਾਂ ਦੇ ਉੱਪਰ ਲਾਉਂਦਾ। ਮਹਾਰਾਜ ਨੇਤਰ ਸਫਲੇ ਹੋ ਜਾਣ ਆਪ ਜੀ ਦੇ ਚਰਨਾਂ ਨੂੰ ਸਪਰਸ਼ ਕਰਕੇ। ਸਰਬ ਪ੍ਰਸ਼ਾਦ ਪਰੋਸਨ ਕਰਿਓ, ਸਤਿਗੁਰਾਂ ਦੇ ਛਕਣ ਵਾਸਤੇ ਫਿਰ ਬੜੇ ਸੋਹਣੇ ਜਿਹੜੇ ਪਕਵਾਨ ਬਣਾਏ ਸਨ, ਉਹ ਥਾਲਿਆਂ ਦੇ ਵਿੱਚ ਪਾ ਕੇ, ਥਾਲ ਵਿੱਚ ਪਾ ਕੇ ਮਹਾਰਾਜ ਦੇ ਸਾਹਮਣੇ ਪਰੋਸੇ ਹਨ। ਗੋਰਾ ਗਏ ਬੜ ਥਾਰ ਜੋ ਧਰਿਓ, ਸਤਿਗੁਰਾਂ ਦੇ ਅੱਗੇ ਵੱਡਾ ਥਾਲ ਲਿਆ ਕੇ ਨਾ ਪ੍ਰਸ਼ਾਦਾ ਭੋਜਨ ਬਣਾ ਕੇ ਮਹਾਰਾਜ ਦੇ ਅੱਗੇ ਰੱਖਿਆ ਹੈ। ਰੁਚ ਸੋ ਲੈ ਕਰ ਸਵਾਦ ਆਹਾਰ, ਸਤਿਗੁਰੂ ਪਾਤਸ਼ਾਹ ਨੇ ਸਿੱਖ ਦੀ ਭਾਵਨਾ ਵੇਖੀ ਹੈ। ਮਹਾਰਾਜ ਨੂੰ ਨਾ ਭੁੱਖ ਹੈ ਨਾ ਪਿਆਸ ਹੈ, ਕੇਵਲ ਕਾਹਦੀ ਭੁੱਖ ਹੈ? ਪ੍ਰੇਮ ਦੀ ਭੁੱਖ ਹੈ। ਗੋਬਿੰਦ ਭਾਓ ਭਗਤ ਦਾ ਭੁੱਖਾ, ਪਰਮੇਸ਼ਰ ਨੂੰ ਪ੍ਰੇਮ ਦੀ ਭੁੱਖ ਹੈ, ਦੁਨੀਆ ਦੇ ਪਦਾਰਥਾਂ ਦੀ ਨਹੀਂ। ਕਈ ਵਾਰੀ ਅਸੀਂ ਸੋਚਦੇ ਹਾਂ ਮੈਂ ਵੱਡਾ ਮਹਿੰਗਾ ਪਦਾਰਥ ਲੈ ਕੇ ਜਾਵਾਂ ਸ਼ਾਇਦ ਇਹਦੇ ਨਾਲ, ਨਹੀਂ, ਉਹਨਾਂ ਤੇਰਾ ਪ੍ਰੇਮ ਵੇਖਣਾ ਵੀ ਕਿੰਨਾ ਕੁ ਹੈ। ਪ੍ਰੇਮ ਦੀ ਭੁੱਖ ਰਹਿੰਦੀ ਹੈ। ਸਤਿਗੁਰੂ ਪਾਤਸ਼ਾਹ ਨੇ ਸਿੱਖ ਦਾ ਪ੍ਰੇਮ ਵੇਖ ਕੇ ਇਹਦਾ ਰੱਖਿਆ ਹੋਇਆ ਥਾਲ ਮਹਾਰਾਜ ਨੇ ਭੋਜਨ ਦਾ ਬੜੀ ਰੁਚੀ ਦੇ ਨਾਲ, ਬੜੇ ਧਿਆਨ ਦੇ ਨਾਲ, ਬੜਾ ਸਵਾਦ ਲੈ ਕੇ ਮਹਾਰਾਜ ਨੇ ਛਕਿਆ ਹੈ। ਅਚੋ ਬਿਲੋਕਤ ਭਾਉ ਉਦਾਰਾ, ਇਹਦਾ ਬਹੁਤਾ ਪ੍ਰੇਮ ਵੇਖ ਕੇ ਮਹਾਰਾਜ ਨੇ ਭੋਜਨ ਛਕਦੇ ਪਏ ਹਨ। ਤਿਸ ਸਿੱਖ ਕੋ ਸ਼ਰਧਾਲੂ ਦੇਖ, ਉਸ ਸਿੱਖ ਨੂੰ ਸ਼ਰਧਾਲੂ ਵੇਖ ਕੇ ਉਹਦੀ ਭਾਵਨਾ ਵੇਖੀ ਨਾ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਨੇ, ਉਹਦੀ ਭਾਵਨਾ ਵੇਖ ਕੇ ਤੈਂ ਘਰ ਆਏ ਜਲਦ ਵਿਵੇਕ, ਤੇ ਸਤਿਗੁਰੂ ਪਾਤਸ਼ਾਹ ਤਾਂ ਉਹਦੇ ਘਰੇ ਆਏ ਨੇ। ਦਿੱਲੀ ਵਿੱਚ ਸਿੱਖ ਤੇ ਹੋਰ ਵੀ ਬੜੇ ਹੋਣਗੇ, ਦਿੱਲੀ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹੋਰ ਵੀ ਤੇ ਬੜੇ ਹੀ ਜਾਣਦੇ ਹੋਣਗੇ, ਪਰ ਆਏ ਇਸ ਸਿੱਖ ਦੇ ਘਰ ਨੇ। ਕਿਉਂ ਆਏ ਨੇ? ਕਿਉਂਕਿ ਇਹਦੀ ਭਾਵਨਾ ਸਾਰਿਆਂ ਤੋਂ ਜ਼ਿਆਦੀ ਹੈ, ਇਹਦੀ ਸ਼ਰਧਾ ਸਭ ਤੋਂ ਵੱਧ ਹੈ। ਤੈਂ ਪੜੋਸ ਮੈਂ ਇੱਕ ਸਿੱਖ ਰਹੇ, ਉਸ ਵੇਲੇ ਪੜੋਸ ਦੇ ਵਿੱਚ, ਗੁਆਂਢ ਦੇ ਵਿੱਚ, ਜਿੱਥੇ ਮਹਾਰਾਜ ਬੈਠੇ ਨਾ ਭੋਜਨ ਛਕਦੇ, ਇਹਨਾਂ ਦੇ ਗੁਆਂਢੀਆਂ ਦੇ ਘਰ ਵਿੱਚ ਵੀ ਇੱਕ ਸਿੱਖ ਰਹਿੰਦਾ ਹੈ। ਕਰਨ ਆਹਾਰ ਗੁਰੂ ਚਿਤ ਚਾਹੇ, ਤੇ ਮਹਾਰਾਜ ਨੂੰ ਉਹ ਵੀ ਭੋਜਨ ਛਕਾਉਣਾ ਚਾਹੁੰਦਾ ਵੀ ਇਹਦੇ ਘਰੋਂ ਛਕਿਆ ਤੇ ਮੈਂ ਨਾ ਪਿੱਛੇ ਰਹਿ ਜਾਵਾਂ। ਉਹ ਵੀ ਚਾਹੁੰਦਾ ਵੀ ਮਹਾਰਾਜ ਮੇਰੇ ਘਰ ਦਾ ਭੋਜਨ ਛਕ ਲੈਣ। ਹੱਥ ਜੋੜ ਕਰ ਗੁਰੂ ਅਗਾਰੀ, ਉਹ ਸਿੱਖ ਨੇ ਹੱਥ ਜੋੜ ਕੇ ਮਹਾਰਾਜ ਦੇ ਅੱਗੇ ਬੇਨਤੀ ਕੀਤੀ ਹੈ। ਬਿਨਾਂ ਸਹਿਤ ਨਿਜ ਚਾਹੇ ਉਚਾਰੀ, ਸਤਿਗੁਰਾਂ ਦੇ ਅੱਗੇ ਬੇਨਤੀ ਬੜੀ ਭਾਵਨਾ ਦੇ ਨਾਲ, ਬੜੀ ਚਾਹਤ ਦੇ ਨਾਲ, ਬੜੀ ਸ਼ਰਧਾ ਦੇ ਨਾਲ ਕਹਿਣ ਲੱਗਾ ਹੈ। ਸ੍ਰੀ ਗੁਰੂ ਜੀ ਮੇਰੀ ਅਰਦਾਸ, ਮਹਾਰਾਜ ਮੇਰੀ ਇੱਕ ਅਰਦਾਸ ਹੈ। ਜਦੋਂ ਭੋਜਨ ਛਕ ਲਿਆ ਨਾ ਪਹਿਲੇ ਸਿੱਖ ਦੇ ਘਰੋਂ, ਉਸ ਵੇਲੇ ਇਹ ਦੂਜਾ ਸਿੱਖ ਗੁਆਂਢੀ ਹੈ, ਹੱਥ ਜੋੜ ਕੇ ਕਹਿਣ ਲੱਗਾ ਮੇਰੀ ਵੀ ਇੱਕ ਅਰਦਾਸ ਮਹਾਰਾਜ, ਮੇਰੀ ਵੀ ਇੱਕ ਬੇਨਤੀ ਹੈ। ਆਵੋ ਭੋਰ ਹਮਾਰ ਆਵਾਸ, ਮਹਾਰਾਜ ਜਦੋਂ ਅਗਲਾ ਦਿਨ ਚੜ੍ਹੇਗਾ ਕੱਲ, ਤੇ ਕੱਲ ਨੂੰ ਮੇਰੇ ਘਰੇ ਆ ਜਾਓ। ਅੱਜ ਤੇ ਇਹਦੇ ਘਰੋਂ ਭੋਜਨ ਛਕ ਲਿਆ, ਮਹਾਰਾਜ ਕੱਲ ਨੂੰ ਮੇਰੇ ਘਰੇ ਭੋਜਨ ਛਕੋ, ਇਹ ਮੇਰੀ ਭਾਵਨਾ। ਦੂਜੇ ਸਿੱਖ ਨੇ ਵੀ ਬੇਨਤੀ ਕੀਤੀ ਹੈ, ਕਿਰਪਾ ਕਰੋ ਨਿਜ ਦਾਸ ਜਨੀ ਜੈ, ਮਹਾਰਾਜ ਕਿਰਪਾ ਕਰਕੇ ਮੈਨੂੰ ਆਪਣਾ ਦਾਸ ਸਮਝ ਕੇ, ਸੇਵਕ ਸਮਝ ਕੇ ਮੇਰੇ ਤੇ ਕਿਰਪਾ ਕਰੋ। ਭੋਜਨ ਭਾਉ ਸਮੇਤ ਅਚੀਜੈ, ਮਹਾਰਾਜ ਮੇਰੀ ਭਾਵਨਾ ਬੜੀ ਹੈ, ਮੇਰੀ ਸ਼ਰਧਾ ਬੜੀ ਹੈ, ਮੇਰੇ ਮਨ ਦੀ ਤਮੰਨਾ ਹੈ, ਮੇਰੇ ਘਰ ਦਾ ਆ ਕੇ ਭੋਜਨ ਛਕਣਾ ਕਰੋ। ਪਾਵਨ ਪਾਵਨ ਕਰ ਘਰ ਪਾਵਨ, ਭਾਈ ਸੰਤੋਖ ਸਿੰਘ ਜੀ ਬਹੁਤ ਵੱਡੇ ਵਿਦਵਾਨ ਨੇ, ਇੱਕ ਇੱਕ ਸ਼ਬਦ ਦੇ ਕਈ ਕਈ ਅਰਥ ਬਣ ਜਾਂਦੇ। ਇੱਥੇ 3 ਵਾਰੀ ਪਾਵਨ ਸ਼ਬਦ ਲਿਖਿਆ। ਮਹਾਰਾਜ ਆਪ ਜੀ ਦੇ ਪਾਵਨ ਜਿਹੜੇ ਚਰਨ ਨੇ ਪਵਿੱਤਰ, ਉਹ ਪਾਵਨ ਜਦੋਂ ਪੈਣਗੇ ਮੇਰੇ ਘਰ ਦੇ ਵਿੱਚ, ਮਹਾਰਾਜ ਮੇਰਾ ਘਰ ਵੀ ਪਾਵਨ ਕਹਿੰਦੇ ਪਵਿੱਤਰ ਹੋ ਜਾਏਗਾ।
ਹੁਣ ਸ਼ਬਦ ਇੱਕੋ ਹੀ ਹੈ ਪਾਵਨ, ਅਰਥ ਤਿੰਨਾਂ ਦੇ ਵੱਖਰੇ ਨੇ। ਪਾਵਨ ਤੋਂ ਭਾਵ ਤੁਹਾਡੇ ਪਵਿੱਤਰ ਚਰਨ। ਜਦੋਂ ਪਾਵਨ ਪੈ ਜਾਣਗੇ ਮੇਰੇ ਘਰ ਦੇ ਵਿੱਚ, ਮਹਾਰਾਜ ਮੇਰਾ ਘਰ ਵੀ ਪਵਿੱਤਰ ਹੋ ਜਾਏਗਾ। ਆਪ ਜੀ ਕਿਰਪਾ ਕਰੋ, ਮੇਰੇ ਘਰ ਵਿੱਚ ਚਰਨ ਪਾ ਕੇ ਮੇਰਾ ਘਰ ਪਵਿੱਤਰ ਕਰ ਦਿਓ। ਐਸੀ ਛੰਦਾਬੰਦੀ ਤੋਂ ਬਲਿਹਾਰ ਜਾਈਏ, ਐਸੀ ਵਿਦਵਤਾ ਤੋਂ, ਐਸੇ ਗਿਆਨ ਤੋਂ। ਕਿੰਨੇ ਕਿੰਨੇ ਡੂੰਘੇ ਬਚਨ ਸਾਨੂੰ ਸੁਣਨ ਵਾਸਤੇ ਮਿਲਦੇ। ਪਰ ਕਈ ਵਾਰ ਕਈਆਂ ਦੀ ਕਿਸਮਤ ਮਾੜੀ ਹੁੰਦੀ ਹੈ, ਸ਼ਬਦ ਦੇ ਅਰਥ ਦਾ ਪਤਾ ਨਹੀਂ ਹੁੰਦਾ, ਸ਼ਬਦ ਦੀ ਡੂੰਘਾਈ ਦਾ ਪਤਾ ਨਹੀਂ ਹੈ, ਸ਼ਬਦ ਦੇ ਜਿਹੜਾ ਸਿਧਾਂਤ ਹੈ ਉਹਦਾ ਨਹੀਂ ਪਤਾ, ਤੇ ਫਿਰ ਨਿੰਦਿਆ ਸ਼ੁਰੂ ਕਰ ਦਿੱਤੀ ਵੀ ਇਹ ਤੇ ਗੱਲ ਹੀ ਗਲਤ ਹੈ। ਪਰ ਬੜੀ ਭਾਵਨਾ ਹੈ। ਕਹਿਣ ਲੱਗਾ ਮਹਾਰਾਜ ਮੇਰੇ ਘਰ ਵਿੱਚ ਪਵਿੱਤਰ ਚਰਨ ਪਾ ਕੇ ਮੇਰੇ ਘਰ ਨੂੰ ਪਵਿੱਤਰ ਕਰਨਾ ਕਰੋ। ਮੈਂ ਨਿਹਾਲ ਹਾਂ ਤੁਮਰੇ ਆਵਨ। ਸਤਿਗੁਰੂ ਪਾਤਸ਼ਾਹ ਜੇ ਤੁਸੀਂ ਮੇਰੇ ਘਰੇ ਆ ਜਾਓ ਤੇ ਮੈਂ ਨਿਹਾਲ ਹੋ ਜਾਵਾਂਗਾ। ਅਧਿਕ ਦੀਨਤਾ ਪਿਖ ਸਿੱਖ ਕੇਰੀ। ਸਤਿਗੁਰਾਂ ਨੇ ਉਹਦੀ ਦੀਨਤਾ ਵੇਖ ਕੇ ਨਾ, ਸ਼ਰਧਾ ਭਾਵਨਾ ਵੇਖ ਕੇ, ਨੇਤਰ ਕਿਰਪਾਲ ਕਯੋ ਤਿਸ ਬੇਰੀ। ਕਿਰਪਾਲੂ ਸਤਿਗੁਰੂ ਪਾਤਸ਼ਾਹ, ਕਿਰਪਾਲੂ ਨੇਤਰਾਂ ਵਾਲੇ, ਮੇਰ ਦੀ ਨਜ਼ਰ ਦੇ ਨਾਲ ਤੱਕ ਕੇ ਸਿੱਖ ਦੇ ਦੁੱਖ ਕੱਟਣ ਵਾਲੇ, ਕਿਰਪਾ ਕਟਾਖ ਅਵਲੋਕਨ ਕੀਨੋ, ਦਾਸ ਕਾ ਦੁਖ ਬਿਦਾਰਿਓ। ਐਸੇ ਸਤਿਗੁਰਾਂ ਨੇ ਉਸ ਸਿੱਖ ਦੇ ਵੱਲ ਵੇਖਿਆ ਹੈ। ਸ਼ੁੱਧ ਭਾਵਨਾ ਜੇ ਉਰ ਤੋਹੀ। ਸਤਿਗੁਰੂ ਪਾਤਸ਼ਾਹ ਕਹਿੰਦੇ ਸਿੱਖਾ ਜੇ ਤੇਰੇ ਮਨ ਦੀ ਇੰਨੀ ਪਵਿੱਤਰ ਭਾਵਨਾ ਵੀ ਸਾਨੂੰ ਆਪਣੇ ਘਰ ਵਿੱਚ ਲੈ ਕੇ ਜਾਣਾ ਚਾਹਣਾ, ਭੋਜਨ ਛਕਾਉਣਾ ਚਾਹਣਾ, ਫਿਰ ਸਾਡੇ ਬਚਨ ਸੁਣਨਾ ਕਰ। ਸੋ ਸਤਿਗੁਰ ਤੇ ਪੂਰਨ ਹੋਈ। ਗੁਰੂ ਫਿਰ ਉਹ ਪੂਰੀਆਂ ਕਰੇਗਾ ਨਾ। ਜੇ ਤੇਰੇ ਮਨ ਦੀ ਸ਼ਰਧਾ ਵੀ ਤੂੰ ਵੀ ਭੋਜਨ ਛਕਾਉਣਾ ਤੇ ਕੋਈ ਗੱਲ ਨਹੀਂ। ਸਾਨੂੰ ਔਰੰਗਜ਼ੇਬ ਦੀ ਜੇਲ੍ਹ ਜਿਹੜੀ ਹੈ ਰੋਕ ਕੇ ਨਹੀਂ ਰੱਖ ਸਕਦੀ। ਜਿਵੇਂ ਅੱਜ ਨਹੀਂ ਰੋਕ ਸਕੀ ਹੈ ਤੇ ਕੱਲ੍ਹ ਨੂੰ ਵੀ ਰੋਕ ਨਹੀਂ ਸਕੇਗੀ। ਜੇ ਭਾਵਨਾ ਹੈ ਤੇ ਕੋਈ ਗੱਲ ਨਹੀਂ, ਤੂੰ ਵੀ ਤਿਆਰ ਕਰ, ਅਸੀਂ ਤੇਰੇ ਘਰ ਵਿੱਚ ਵੀ ਆ ਕੇ ਤੇਰਾ ਭੋਜਨ ਛਕਾਂਗੇ। ਅਸ ਕਹਿ ਸਿੱਖਣ ਦੇ ਸੰਤੋਸ਼। ਇਸ ਤਰ੍ਹਾਂ ਕਹਿ ਕੇ ਨਾ ਮਹਾਰਾਜ ਨੇ ਸਿੱਖਾਂ ਨੂੰ ਸੰਤੋਖ ਬਖਸ਼ਿਸ਼ ਕੀਤਾ। ਐਸੇ ਮਹਾਰਾਜ ਹਨ ਜਿਸ ਤੇ ਦ੍ਰਿੜ ਔਰ ਵਧੈ ਭਰੋਸਾ। ਸਤਿਗੁਰਾਂ ਦੇ ਬਚਨ ਹੀ ਇਹੋ ਜਿਹੇ ਨੇ, ਆਪਣੇ ਆਪ ਭਰੋਸਾ ਵੱਜਦਾ। ਕਈ ਵਾਰੀ ਭਰੋਸਾ ਡਗਮਗਾ ਜਾਂਦਾ ਨਾ, ਸਾਡੀ ਸ਼ਰਧਾ ਵੀ ਕਈ ਵਾਰ ਹਿੱਲ ਜਾਂਦੀ ਹੈ। ਪਰ ਗੁਰਮੁਖੋ ਉਦੋਂ ਨਾਮ ਜਪਿਆ ਕਰੋ, ਬਾਣੀ ਪੜ੍ਹਿਆ ਕਰੋ, ਪਾਠ ਕਰਿਆ ਕਰੋ। ਸਤਿਗੁਰਾਂ ਦੀ ਬਾਣੀ ਵਿੱਚ ਇੰਨੀ ਤਾਕਤ ਹੈ, ਆਪਣੇ ਆਪ ਸ਼ਰਧਾ ਬਣ ਜਾਵੇਗੀ, ਆਪਣੇ ਆਪ ਭਰੋਸਾ ਬਣੇਗਾ। ਜਦੋਂ ਭਰੋਸਾ ਬਣੇਗਾ ਬੇੜਾ ਪਾਰ ਉਦੋਂ ਹੋਣਾ। ਭਾਈ ਬਿਧੀ ਚੰਦ ਨੇ ਆਖਿਆ ਨਾ ਭੱਠ ਵਾਲੇ ਨੂੰ, ਕਹਿੰਦਾ ਵੀ ਆਪਣੇ ਭੱਠ ਦੇ ਉੱਪਰੋਂ ਕੜਾਹੀ ਪਰੇ ਕਰ ਦਾਣੇ ਭੁੰਨਣ ਵਾਲੀ, ਮੈਂ ਇਹਦੇ ਵਿੱਚ ਬੈਠਣਾ, ਮੇਰੇ ਮਗਰ ਸਿਪਾਹੀ ਲੱਗ ਗਏ। ਤੇ ਭੱਠ ਵਾਲਾ ਕਹਿਣ ਲੱਗਾ ਵੀ ਬਾਹਰ ਤੇ ਹੋ ਸਕਦਾ ਵੱਜ ਜਾਵੇਂ ਕੋਈ ਫਰਮਾਇਸ਼ ਪਾ ਕੇ, ਕੋਈ ਸਿਫਾਰਿਸ਼ ਪਾ ਕੇ ਜਾਂ ਲੁਕ ਛਿਪ ਕੇ, ਪਰ ਇਹ ਜਿਹੜੀ ਅੱਗ ਹੈ ਨਾ ਭੱਠ ਦੀ, ਇਹ ਬੜੀ ਭਿਆਨਕ ਹੈ, ਇਹਨੇ ਤੈਨੂੰ ਛੱਡਣਾ ਕੋਈ ਨਹੀਂ। ਤੇ ਸਿੱਖ ਦਾ ਭਰੋਸਾ ਸੀ ਨਾ, ਕਹਿਣ ਲੱਗਾ ਨਹੀਂ ਭਾਈ ਇਹ ਅੱਗ ਤੇ ਮੇਰਾ ਵਾਲ ਨਹੀਂ ਵਿੰਗਾ ਕਰ ਸਕਦੀ, ਸੜਨ ਦੀ ਗੱਲ ਤੇ ਦੂਰ ਹੈ। ਤਾਤੀ ਵਾਓ ਨਾ ਲੱਗਈ ਪਾਰ ਬ੍ਰਹਮ ਸਰਨਾਈ, ਚੌਗਿਰਦ ਹਮਾਰਾ ਰਾਮਕਾਰ ਦੁੱਖ ਲੱਗੇ ਨਾ ਪਾਈ। ਇਹ ਭਾਵਨਾ ਵਿਧੀ ਚਾਹੁੰਦੀ ਹੈ। ਭੱਠ ਦੇ ਵਿੱਚ ਬੈਠ ਗਿਆ। ਗੁਰੂ ਪਾਤਸ਼ਾਹ ਮੋਗੇ ਦੀ ਧਰਤੀ ਤੇ ਸਨ, ਭਾਈ ਡਰੋਲੀ ਵਿਖੇ। ਮਹਾਰਾਜ ਨੇ ਸਿੱਖਾਂ ਨੂੰ ਆਵਾਜ਼ ਦਿੱਤੀ, ਕਹਿਣ ਲੱਗੇ ਠੰਡੇ ਜਲ ਦੀਆਂ ਗਾਗਰਾਂ ਭਰ ਭਰ ਕੇ ਸਾਡੇ ਪਿੰਡੇ ਤੇ ਪਾਓ। ਪਾਉਣ ਲੱਗ ਪਏ। ਸਿੱਖਾਂ ਨੇ ਪੁੱਛਿਆ ਮਹਾਰਾਜ ਕੀ ਗੱਲ, ਇੰਨੀ ਗਰਮੀ ਤੇ ਨਹੀਂ, ਗਾਗਰਾਂ ਜਲ ਦੀਆਂ ਤੁਹਾਡੇ ਸਰੀਰ ਤੇ ਪੈ ਰਹੀਆਂ। ਮਹਾਰਾਜ ਕਹਿੰਦੇ ਸਾਡਾ ਸਿੱਖ ਇੱਕ ਧਿਆਨ ਕਰਕੇ, ਸਾਡਾ ਧਿਆਨ ਕਰਕੇ ਬਲ ਦੇ ਭੱਠ ਵਿੱਚ ਬੈਠਾ ਹੈ, ਜਿਹਨੂੰ ਸਾਡੇ ਤੇ ਇੰਨਾ ਭਰੋਸਾ ਹੈ, ਉਹਨੂੰ ਅਸੀਂ ਤੱਤੀ ਵਾਹ ਨਹੀਂ ਲੱਗਣ ਦੇਵਾਂਗੇ। ਇੱਕ ਵਾਰੀ ਆਖੀਏ ਹਾਂ ਸਤਨਾਮ। ਜਿੰਨਾ ਚਿਰ ਸਿੱਖਾ ਭਰੋਸਾ ਨਹੀਂ ਨਾ ਬਣਦਾ, ਉਹਨਾਂ ਚਿਰ ਬੇੜਾ ਪਾਰ ਨਹੀਂ ਹੋਣਾ। ਭਰੋਸਾ ਬਣਾ ਤਾਂ ਗੱਲ ਬਣਨੀ ਹੈ। ਮਹਾਰਾਜ ਕਹਿਣ ਲੱਗੇ ਸਿੱਖਾ ਜੇ ਤੈਨੂੰ ਇੰਨਾ ਹੀ ਭਰੋਸਾ ਹੈ ਨਾ, ਤੇਰੀ ਸ਼ਰਧਾ ਵੀ ਅਸੀਂ ਪੂਰੀ ਕਰਾਂਗੇ। ਸਾਡਾ ਸਰੀਰ ਜਿਹੜਾ ਨਾ ਬੰਨਿਆ ਜਾ ਸਕਦਾ, ਪਰ ਜਿਹੜੇ ਮਹਾਂਪੁਰਖ ਹੁੰਦੇ, ਅਵਤਾਰ ਹੁੰਦੇ, ਉਹਨਾਂ ਨੂੰ ਬੰਨਿਆ ਨਹੀਂ ਜਾ ਸਕਦਾ, ਉਹਨਾਂ ਨੂੰ ਬੰਧਨ ਕੋਈ ਨਹੀਂ ਹੁੰਦਾ। ਇਹ ਬੜੀਆਂ ਸਾਖੀਆਂ ਨੇ। ਭਗਵਾਨ ਕ੍ਰਿਸ਼ਨ ਦਾ ਜਿਸ ਦਿਨ ਜਨਮ ਹੋਇਆ ਸੀ ਨਾ, ਤੇ ਭਗਵਾਨ ਕ੍ਰਿਸ਼ਨ ਦੇ ਮਾਂ-ਬਾਪ ਦੋਨੇ ਜੇਲ੍ਹ ਦੇ ਵਿੱਚ ਹੀ ਸਨ। ਜੇਲ੍ਹ ਨੂੰ ਇੱਕ ਦਰਵਾਜ਼ਾ ਨਹੀਂ, ਜਿੰਨੇ ਦਰਵਾਜ਼ੇ 7-8 ਸਨ, ਸਾਰੇ ਸੰਗਲਾਂ ਨਾਲ ਬੰਦ ਕੀਤੇ, ਜੰਦਰੇ ਮਾਰ-ਮਾਰ ਕੇ। ਤੇ ਸਿਪਾਹੀਆਂ ਨੂੰ ਬੜਾ ਤਾੜ ਕੇ ਰੱਖਿਆ ਵੀ ਜੇ ਕਿਸੇ ਨੇ ਲਾਲਚ ਦੇ ਵਿੱਚ ਆ ਕੇ ਇਹਨਾਂ ਨੂੰ ਛੱਡਿਆ, ਉਹਦੇ ਪਰਿਵਾਰ ਨੂੰ ਵੀ ਮਾਰ ਦਿਆਂਗੇ। ਪਰ ਜਦੋਂ ਭਗਵਾਨ ਜੀਆਂ ਦਾ ਜਨਮ ਹੋਇਆ ਨਾ ਜੇਲ੍ਹ ਦੇ ਵਿੱਚ, ਕਹਿਣ ਲੱਗੇ ਜੰਦਰੇ ਵੀ ਖੁੱਲ੍ਹ ਗਏ, ਸੰਗਲ ਵੀ ਖੁੱਲ੍ਹ ਗਏ, ਹੱਥ ਕੜੀਆਂ ਬੇੜੀਆਂ ਆਪਣੇ ਆਪ ਹੀ ਖੁੱਲ੍ਹ ਗਈਆਂ। ਤੇ ਸਿਪਾਹੀ ਵੀ ਗੂੜੀ ਨਿੰਦਰਾ ਵਿੱਚ ਸੌਂ ਗਏ, ਪਤਾ ਹੀ ਨਹੀਂ ਲੱਗਾ ਵੀ ਕੀ ਹੋਇਆ। ਤੇ ਭਗਵਾਨ ਕ੍ਰਿਸ਼ਨ ਜੀਆਂ ਦੇ ਪਿਤਾ ਟੋਕਰੀ ਵਿੱਚ ਪਾ ਕੇ ਜੇਲ੍ਹ ਤੋਂ ਬਾਹਰ ਜਾ ਕੇ ਅਗਲੇ ਪਿੰਡ ਛੱਡ ਆਏ। ਤੇ ਫਿਰ ਜੇਲ੍ਹ ਦੇ ਵਿੱਚ ਆ ਕੇ ਬੈਠ ਗਿਆ। ਫਿਰ ਉਸੇ ਤਰ੍ਹਾਂ ਹੀ ਸਭ ਕੁਝ ਹੋ ਗਿਆ। ਅਵਤਾਰਾਂ ਨੂੰ ਕੈਦ ਵਿੱਚ ਨਹੀਂ ਰੱਖਿਆ ਜਾਂਦਾ, ਉਹ ਮਰਜ਼ੀ ਦੇ ਮਾਲਕ ਨੇ। ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਔਰੰਗਜ਼ੇਬ ਕਹਿੰਦਾ ਵੀ ਇਹਨਾਂ ਨੂੰ ਕੈਦ ਵਿੱਚ ਰੱਖੋ। 4 ਚੁਫੇਰੇ ਸਿਪਾਹੀ ਵੀ ਲਾ ਦਿੱਤੇ ਨੇ, ਸ਼ਸਤਰ ਫੜਾ ਕੇ ਜੇਲ੍ਹ ਬੰਦ ਕਰ ਦਿੱਤੀ ਹੈ, ਦਰਵਾਜ਼ੇ ਬੰਦ ਕਰ ਦਿੱਤੇ ਵੀ ਮੈਂ ਮਹਾਰਾਜ ਨੂੰ ਬਾਹਰ ਨਹੀਂ ਨਿਕਲਣ ਦੇਣਾ।
ਸਿੱਖ ਨੇ ਅਰਦਾਸ ਕੀਤੀ ਹੈ, ਮਹਾਰਾਜ ਜੇਲ੍ਹ ਦੇ ਵਿੱਚੋਂ ਬਾਹਰ ਨਿਕਲ ਕੇ ਉਹਦੇ ਘਰੇ ਭੋਜਨ ਛਕਦੇ ਪਏ। ਇਹ ਤੇ ਉਹ ਗੁਰੂ ਹੈ ਜਿਹੜਾ ਬੈਠਾ ਤੇ ਬਾਬੇ ਬਕਾਲੇ ਦੀ ਧਰਤੀ ਤੇ ਹੈ, ਪਰ ਬੇੜਾ ਮੱਖਣ ਸ਼ਾਹ ਦਾ ਸਮੁੰਦਰ ਦੇ ਵਿੱਚ ਪਾਰ ਲਾਉਂਦਾ ਪਿਆ, ਰੋਕ ਕੋਈ ਨਹੀਂ ਸਕਦਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜੇ ਤੇਰਾ ਭਰੋਸਾ ਹੈ ਨਾ, ਅਸੀਂ ਤੇਰੇ ਘਰੇ ਵੀ ਕੱਲ ਨੂੰ ਭੋਜਨ ਛਕ ਲਵਾਂਗੇ। ਮੰਦ ਮੰਦ ਸਤਿਗੁਰ ਪੁਨ ਚਲੇ। ਸਤਿਗੁਰੂ ਫਿਰ ਬੜੇ ਆਰਾਮ ਦੇ ਨਾਲ ਹੌਲੀ ਹੌਲੀ ਪਾਤਸ਼ਾਹ ਫਿਰ ਰਸਤੇ ਤੇ ਚੱਲ ਪਏ ਹਨ। ਜਿਨ ਦਰਸ਼ਨ ਤੇ ਦੁੱਖ ਦਲ ਮਲੇ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਕੇ ਦੁੱਖ ਸਾਰੇ ਨਾਸ ਹੋ ਜਾਂਦੇ ਹਨ। ਮਿਲੇ ਸਿੱਖ ਕੋ ਬੰਧਨ ਠਾਨ। ਸਤਿਗੁਰਾਂ ਦੇ ਦਰਸ਼ਨ ਹੀ ਇਹੋ ਜਿਹੇ ਦੁੱਖਾਂ ਨੂੰ ਨਾਸ ਕਰਦੇ। ਦਰਸ਼ਨ ਤੇ ਅਸੀਂ ਚੱਲ ਕੇ ਜਾਵਾਂਗੇ ਤੇ ਤਾਂ ਕਰਾਂਗੇ ਨਾ, ਜੇ ਤੂੰ ਚੱਲ ਕੇ ਨਹੀਂ ਨਾ ਜਾ ਸਕਦਾ, ਗੁਰੂ ਪਾਤਸ਼ਾਹ ਦਾ ਨਾਮ ਹੀ ਜਪ ਲਾ ਘਰੇ ਬੈਠ ਕੇ, ਤੇਰੇ ਤਾਂ ਵੀ ਦੁੱਖ ਨਾਸ ਹੋ ਜਾਣਗੇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਉਹਨਾਂ ਦਾ ਤੇ ਨਾਮ ਹੀ ਇੰਨਾ ਬਾ ਕਮਾਲ ਹੈ, ਤੂੰ ਨਾਮ ਹੀ ਲੈ ਲਿਆ, ਤੇਰੇ ਦੁੱਖ ਉਦੋਂ ਹੀ ਸੜ ਜਾਣੇ ਸਾਰੇ। ਪਰ ਜੇ ਤੂੰ ਦਰਸ਼ਨ ਕਰ ਲੈ ਫਿਰ ਤੇ ਵਾਹ ਭਾਵਨਾ ਤੇਰੀ, ਫਿਰ ਤੇ ਤੇਰਾ ਭਲਾ ਹੋ ਹੀ ਜਾਣਾ ਹੈ। ਉਨ ਆਪਸ ਮੈਂ ਮਿਲੇ ਬਖਾਨੇ। ਤੇ ਉਸ ਵੇਲੇ ਜਿਹੜੇ ਸਿੱਖ ਨੇ ਨਾ ਰਸਤੇ ਵਿੱਚ ਮਿਲਦੇ, ਮਹਾਰਾਜ ਜਾ ਰਹੇ ਮੱਥਾ ਟੇਕਦੇ, ਮੱਥਾ ਟੇਕਣ ਤੋਂ ਮਗਰੋਂ ਸਿੱਖ ਆਪਸ ਵਿੱਚ ਗੱਲਾਂ ਕਰਦੇ ਹਨ। ਸ਼੍ਰੀ ਪ੍ਰਭ ਸਰਬ ਭਾਂਤ ਸਮਰੱਥ। ਸਿੱਖ ਆਖਦੇ ਵੀ ਮਹਾਰਾਜ ਤੇ ਸਾਰਿਆਂ ਤਰੀਕਿਆਂ ਕਰਕੇ ਸਮਰੱਥ ਨੇ, ਜੋ ਚਾਹੁਣ ਉਹ ਕਰ ਸਕਦੇ ਹਨ। ਚਾਹੇ ਸੋ ਕਰੈ ਧਰੈ ਸਿਰਹੱਥ। ਸਤਿਗੁਰੂ ਪਾਤਸ਼ਾਹ ਤੇ ਸਿਰ ਤੇ ਜੇ ਮਿਹਰ ਦਾ ਹੱਥ ਰੱਖ ਦੇਣ ਤੇ ਇਹਨਾਂ ਦੇ ਮਿਹਰ ਦੇ ਹੱਥ ਦੇ ਨਾਲ ਤੇ ਬੜਾ ਕੁਝ ਹੋ ਜਾਂਦਾ। ਇਹ ਤੇ ਕਿਸੇ ਦੇ ਉੱਪਰ ਕਿਰਪਾ ਹੀ ਕਰਦੇ ਨੇ। ਜਿਵੇਂ ਗੁਰੂ ਹਰਿਕ੍ਰਿਸ਼ਨ ਪਾਤਸ਼ਾਹ ਨੇ ਇੱਕ ਗੂੰਗੇ ਬਹਿਰੇ ਦੇ ਸਿਰ ਦੇ ਉੱਪਰ ਛੜੀ ਰੱਖ ਕੇ ਆਖਿਆ, ਪੰਡਤ ਜੀ ਪੁੱਛੋ ਇਹਦੇ ਕੋਲੋਂ ਕੀ ਪੁੱਛਣਾ ਚਾਹੁੰਦੇ ਹੋ। ਤੇ ਉਸ ਗੂੰਗੇ ਨੇ, ਸੱਜੂ ਝੀਵਰ ਨੇ ਗੀਤਾ ਦੇ ਅਰਥ ਕਰਕੇ ਸੁਣਾ ਦਿੱਤੇ। ਮਹਾਰਾਜ ਤੇ ਇੰਨਾ ਸਮਰੱਥ ਹੈ ਵੀ ਜੇ ਕਿਸੇ ਦੇ ਸਿਰ ਤੇ ਸੋਟੀ ਰੱਖ ਦੇਵੇ ਤੇ ਉਹ ਗੂੰਗਾ ਬੋਲਣ ਲੱਗ ਪਵੇ, ਪਰ ਜਿਹਦੇ ਤੇ ਉਹ ਆਪਣਾ ਹੱਥ ਰੱਖ ਦੇਣ ਉਹਨੂੰ ਕੀ ਕੀ ਬਖਸ਼ਿਸ਼ਾਂ ਪ੍ਰਾਪਤ ਹੋਣਗੀਆਂ ਇਹ ਕੋਈ ਦੱਸ ਨਹੀਂ ਸਕਦਾ ਹੈ। ਸਕਲ ਜਗਤ ਸਿਰਜਨ ਯਾਰ ਪਾਲਨ। ਸਤਿਗੁਰੂ ਪਾਤਸ਼ਾਹ ਸਾਰੇ ਸੰਸਾਰ ਨੂੰ ਸਿਰਜਣ ਵਾਲੇ ਪਾਲਣ ਵਾਲੇ ਸਮਰੱਥ ਹਨ। ਕਰੈ ਸ਼ਿਨਕ ਮੈਂ ਸਭ ਕੋ ਘਾਲਨ। ਸਤਿਗੁਰੂ ਪਾਤਸ਼ਾਹ ਇੱਕ ਸ਼ਿਨਕ ਦੇ ਵਿੱਚ ਅੱਖ ਤੇ ਖੋਲਣ ਮੀਟਣ ਦੇ ਸਮੇਂ ਦੇ ਵਿੱਚ ਦੁਨੀਆ ਨਾਸ ਵੀ ਕਰਨ ਦੀ ਸਮਰੱਥਾ ਰੱਖਦੇ। ਪਿੱਛੇ ਆਪਾਂ ਇਤਿਹਾਸ ਵਿੱਚ ਪੜ੍ਹਿਆ ਨਾ ਵੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਗੰਨਾ ਚੂਪਿਆ ਮੂੰਹ ਦੇ ਵਿੱਚ, ਤੇ ਗੰਨੇ ਦਾ ਛਿਲਕਾ ਪਾ ਲਿਆ ਸਿੱਖ ਨੇ ਆਪਣੇ ਮੂੰਹ ਵਿੱਚ। ਸਿੱਖ ਦੇ ਵਿੱਚ ਆ ਗਈ ਕਰਾਮਾਤ, ਸ਼ਕਤੀ ਆ ਗਈ। ਕਹਿਣ ਲੱਗਾ ਮਹਾਰਾਜ ਬਸ ਅੱਖ ਦਾ ਇਸ਼ਾਰਾ ਦੇ ਦਿਓ, ਮੈਂ ਦਿੱਲੀ ਤੇ ਲਾਹੌਰ ਦੀ ਟੱਕਰ ਲਵਾ ਦਿਆਂ ਆਪਸ ਵਿੱਚ ਚੋਕੇ ਹੱਥਾਂ ਦੇ ਉੱਪਰ, ਜਾਂ ਦਿੱਲੀ ਨੂੰ ਚੋਕੇ ਜਮਨਾ ਵਿੱਚ ਸੁੱਟਾਂ ਤੇ ਲਾਹੌਰ ਨੂੰ ਚੋਕੇ ਰਾਵੀ ਵਿੱਚ ਸੁੱਟ ਦਿਆਂ। ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਆਖਿਆ, ਕਹਿਣ ਲੱਗੇ ਉਹ ਸਿੱਖਾ, ਜਿਸ ਗੁਰੂ ਦਾ ਤੂੰ ਪ੍ਰਸ਼ਾਦ ਖਾ ਕੇ ਇੰਨਾ ਤਾਕਤਵਰ ਹੋ ਗਿਆ ਵੀ ਤੂੰ ਸ਼ਹਿਰਾਂ ਨੂੰ ਹੱਥਾਂ ਤੇ ਚੋਕੇ ਟੱਕਰ ਲਵਾ ਸਕਦਾ, ਉਹ ਗੁਰੂ ਕੋਲ ਕਿੰਨੀ ਕੁ ਤਾਕਤ ਹੈ ਕਿ ਤੈਨੂੰ ਇੰਨੀ ਸਮਝ ਨਹੀਂ ਆਈ। ਇਹ ਉਦਾਹਰਨ ਸੀ ਨਾ ਸਮਝਣ ਵਾਸਤੇ। ਪਾਤਸ਼ਾਹ ਇੰਨੇ ਸਮਰੱਥ ਨੇ, ਹਰਨ ਭਰਨ ਜਾਕਾ ਨੇਤਰ ਫੋਰ, ਤਿਸਕਾ ਮੰਤਰ ਨਾ ਜਾਣੈ ਹੋਰ। ਖਿਨ ਮੈਂ ਰਾਓ ਰੰਗ ਕੋ ਕਰਈ, ਰਾਓ ਰੰਗ ਕਰ ਡਾਰੇ, ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੈ, ਧਰਤੀ ਤੇ ਆਕਾਸ਼ ਚੜਾਵੈ, ਚੜੇ ਆਕਾਸ਼ ਗਰਾਵੈ। ਐਸੀ ਸਮਰੱਥਾ ਹੈ ਮਹਾਰਾਜ ਦੀ ਕਿ ਖੂਹਾਂ ਦੇ ਥਾਂ ਤੇ ਟਿੱਬੇ ਬਣ ਜਾਂਦੇ, ਟਿੱਬਿਆਂ ਨੂੰ ਖੂਹ ਬਣਾਉਣ ਦੀ ਉਹ ਸਮਰੱਥਾ ਰੱਖਦਾ ਹੈ। ਸਤਿਗੁਰੂ ਇੱਕ ਛਿਣ ਵਿੱਚ ਦੁਨੀਆ ਪੈਦਾ ਕਰ ਸਕਦੇ, ਪਾਲ ਸਕਦੇ, ਤੇ ਛਿਣ ਦੇ ਵਿੱਚ ਹੀ ਨਾਸ ਕਰ ਸਕਦੇ ਹਨ। ਸ਼ਕਤ ਮਹਿਤ ਤੇ ਮਹਿਤ ਧਰਤ ਹੈ। ਸਤਿਗੁਰੂ ਪਾਤਸ਼ਾਹ ਦੀ ਸ਼ਕਤੀ ਦਾ ਵਰਣਨ ਨਹੀਂ ਕੀਤਾ ਜਾ ਸਕਦਾ। ਕੋਈ ਦੁਨੀਆ ਤੇ ਇਹੋ ਜਿਹੀ ਤੁਹਾਨੂੰ ਕਿਤਾਬ ਨਹੀਂ ਮਿਲੇਗੀ, ਦੁਨੀਆ ਤੇ ਕੋਈ ਇਹੋ ਜਿਹਾ ਗ੍ਰੰਥ ਨਹੀਂ ਮਿਲੇਗਾ, ਦੁਨੀਆ ਤੇ ਕੋਈ ਇਹੋ ਜਿਹਾ ਵਿਦਵਾਨ ਨਹੀਂ ਮਿਲੇਗਾ, ਦੁਨੀਆ ਤੇ ਕੋਈ ਇਹੋ ਜਿਹਾ ਸੰਤ ਨਹੀਂ ਮਿਲੇਗਾ ਜਿਹੜਾ ਪੂਰਨ ਤੌਰ ਤੇ ਗੁਰੂ ਦੀ ਵਡਿਆਈ ਕਹਿ ਸਕਦਾ ਹੋਵੇ। ਗੁਰੂ ਨਾਨਕ ਦੇਵ ਪਾਤਸ਼ਾਹ ਨੇ ਲਿਖਿਆ, ਕਹਿਣ ਲੱਗੇ ਅੰਤ ਨ ਸਿਫਤੀ ਕਹਿਣ ਨਾ ਅੰਤ। ਸਾਰਾ ਸ਼ਬਦ ਲਿਖ ਕੇ ਬਾਅਦ ਵਿੱਚ ਲਿਖਣ ਲੱਗੇ, ਕਹਿਣ ਲੱਗੇ ਬਹੁਤਾ ਕਹੀਐ, ਬਹੁਤਾ ਹੋਏ ਬੰਦਿਆ, ਜਿੰਨਾ ਮਰਜ਼ੀ ਰੱਬ ਨੂੰ ਵੱਡੇ ਤੋਂ ਵੱਡਾ ਕਹੀ ਜਾ, ਪਰ ਉਹਨਾਂ ਵੱਡਾ ਤੂੰ ਕਹਿ ਹੀ ਨਹੀਂ ਸਕਦਾ ਜਿੱਡਾ ਵੱਡਾ ਉਹ ਆਪ ਹੈ। ਅਤ ਉੱਚਾ ਤਾਕਾ ਦਰਬਾਰਾ, ਉਹਦਾ ਸਰੂਪ ਬਹੁਤ ਵੱਡਾ, ਵਿਖਿਆਨ ਨਹੀਂ ਕੀਤਾ ਜਾ ਸਕਦਾ। ਸਤਿਗੁਰੂ ਪਾਤਸ਼ਾਹ ਬਖਸ਼ਿਸ਼ ਕਰਦੇ, ਕਹਿਣ ਲੱਗੇ ਪਰਮਾਤਮਾ ਤੇਰੇ ਕਵਨ ਕਵਨ ਗੁਣ ਕਹਿ ਗਾਵਾਂ। ਕਿਹੜੇ ਗੁਣ ਦਾ ਵਰਣਨ ਕਰਾਂ, ਮੇਰੇ ਕੋਲੋਂ ਤੇ ਇੱਕ ਨਹੀਂ ਕਿਹਾ ਜਾਂਦਾ, ਪਰ ਤੇਰੇ ਵਿੱਚ ਬੇਅੰਤ ਨੇ। ਐਸੇ ਸਤਿਗੁਰੂ ਹਨ। 10,000 ਕਾਜ ਕਰਤ ਹੈ। ਸਤਿਗੁਰੂ ਪਾਤਸ਼ਾਹ ਜੀ ਆਪਣੇ ਦਾਸਾਂ ਦੇ ਕੰਮਾਂ ਨੂੰ ਕਰਦੇ ਨੇ। ਜੇ ਕੋਈ ਦਾਸ ਬੇਨਤੀ ਕਰਦਾ ਹੈ ਨਾ ਵੀ ਮਹਾਰਾਜ ਆ ਰਹਿਮਤ ਕਰੋ, ਤੇ ਜਿਹੜਾ ਬੇਨਤੀ ਲੈ ਕੇ ਆ ਗਿਆ ਉਹ ਖਾਲੀ ਨਹੀਂ ਜਾਏਗਾ, ਝੋਲੀ ਭਰ ਜਾਂਦੀ ਹੈ। ਅਬ ਤੁਰਕੇਸ਼ਰ ਕੈਦ ਪਰੇ ਹੈ। ਹੁਣ ਸਿੱਖ ਗੱਲਾਂ ਕਰਦੇ ਦਿੱਲੀ ਦੇ, ਕਹਿਣ ਲੱਗੇ ਵੀ ਵੇਖੋ ਵੀ ਔਰੰਗਜ਼ੇਬ ਬਾਦਸ਼ਾਹ
ਭਾਵੇਂ ਮੁਸਲਮਾਨ ਹੈ, ਵੇਖੋ ਮਹਾਰਾਜ ਨੂੰ ਕੈਦ ਕਰਕੇ ਬੈਠਾ ਹੈ। ਉਹ ਜਾਣੈ ਕਿਮ ਸ਼ਿਮਾ ਧਰੇ ਹੈ। ਪਰ ਕੋਈ ਇਹ ਨਹੀਂ ਜਾਣਦਾ ਵੀ ਮਹਾਰਾਜ ਨੇ ਉਹਨੂੰ ਮਾਫ ਕਿਵੇਂ ਕੀਤਾ ਹੋਇਆ। ਆਪਾਂ ਨੂੰ ਕੋਈ ਮਾੜਾ ਜਿਹਾ ਦੁੱਖ ਦੇਵੇ ਤੇ ਅਸੀਂ ਉਸ ਵੇਲੇ ਝਗੜਾ ਕਰਦੇ ਵੀ ਚੱਲ ਤੈਨੂੰ ਦਸੀਏ ਵੀ ਅਸੀਂ ਕੀ ਆ। ਪਰ ਸਤਿਗੁਰੂ ਤੇ ਸਮਰੱਥ ਨੇ ਨਾ, ਔਰੰਗਜ਼ੇਬ ਕੈਦ ਕਰੀ ਬੈਠਾ ਹੈ। ਸਿੱਖ ਕਹਿੰਦੇ ਵੀ ਇਹ ਗੱਲ ਸਮਝ ਨਹੀਂ ਆਉਂਦੀ ਵੀ ਮਹਾਰਾਜ ਨੇ ਉਹਨੂੰ ਮਾਫ ਕਿਉਂ ਕੀਤਾ ਹੋਇਆ। ਸਤਿਗੁਰੂ ਚਾਹੁਣ ਤੇ ਕੀ ਨਹੀਂ ਕਰ ਸਕਦੇ। ਪਰ ਸਤਿਗੁਰੂ ਇਹ ਗੱਲ ਕਹਿੰਦੇ ਨੇ, ਪਰਮਾਤਮਾ ਜਿਹੜਾ ਇਹਨੂੰ ਆਪੇ ਪੂਰਾ ਨਿਆਓ ਕਰੇ ਕਰਤਾਰ, ਉਹਦਾ ਨਿਆਂ ਪੂਰਾ ਹੈ, ਉਹ ਆਪੇ ਫੈਸਲਾ ਕਰੇਗਾ, ਅਸੀਂ ਉਹਦੇ ਉੱਪਰ ਛੱਡਿਆ ਹੋਇਆ। ਗੁਰੂ ਅਰਜਨ ਦੇਵ ਮਹਾਰਾਜ ਦੀ ਜਦੋਂ ਸ਼ਹੀਦੀ ਹੋ ਗਈ ਨਾ, ਤੇ ਬਾਦਸ਼ਾਹ ਜਹਾਂਗੀਰ ਰਾਜਨੀਤੀ ਖੇਲਣ ਵਾਸਤੇ, ਦੁਨੀਆ ਵਿੱਚ ਚੰਗਾ ਬਣਨ ਵਾਸਤੇ ਮਾਤਾ ਗੰਗਾ ਜੀਆਂ ਦੇ ਚਰਨਾਂ ਵਿੱਚ ਬੈਠ ਗਿਆ। ਬੇਨਤੀ ਕਰਦਾ, ਕਹਿਣ ਲੱਗਾ, ਮਾਤਾ ਜੀ ਮੈਨੂੰ ਤੇ ਪਤਾ ਹੀ ਨਹੀਂ ਲੱਗਾ ਵੀ ਮੇਰੇ ਵਜ਼ੀਰਾਂ ਨੇ ਮਹਾਰਾਜ ਨੂੰ ਇੰਨਾ ਕਸ਼ਟ ਦੇ ਕੇ ਸ਼ਹੀਦ ਕੀਤਾ। ਮੇਰੀ ਕੋਈ ਗਲਤੀ ਨਹੀਂ ਹੈ, ਮੈਨੂੰ ਮਾफ़ ਕਰ ਦਿਓ, ਮੈਂ ਗਲਤੀ ਦੀ ਮਾफ़ੀ ਮੰਗਦਾ, ਮੈਨੂੰ ਪਤਾ ਨਹੀਂ ਸੀ ਇਹ ਸਭ ਕੁਝ ਹੋ ਗਿਆ। ਤੇ ਮਾਤਾ ਗੰਗਾ ਸਾਹਿਬ ਜੀਆਂ ਨੇ ਉੱਤਰ ਦਿੱਤਾ, ਕਹਿਣ ਲੱਗੇ, ਜਹਾਂਗੀਰ ਕੋਈ ਗੱਲ ਨਹੀਂ, ਤੂੰ ਕੀਤਾ ਹੈ ਕਿ ਨਹੀਂ ਕੀਤਾ ਹੈ ਤੇ ਰੱਬ ਜਾਣਦਾ ਹੈ, ਪਰ ਇਹਦਾ ਫੈਸਲਾ ਰੱਬ ਦੀ ਦਰਗਾਹ ਵਿੱਚ ਹੋਵੇਗਾ, ਉਹ ਕਰੇਗਾ ਫੈਸਲਾ, ਉੱਥੇ ਹੋਣਾ ਹੈ। ਜੇ ਤੂੰ ਸੱਚਾ ਹੈ, ਤੂੰ ਕੁਝ ਨਹੀਂ ਕੀਤਾ, ਤੇਰਾ ਵਾਲ ਨਹੀਂ ਵਿੰਗਾ ਹੋਵੇਗਾ, ਪਰ ਜੇ ਤੂੰ ਇਹਦੇ ਵਿੱਚ ਹੈ, ਤੈਨੂੰ ਕੋਈ ਬਚਾ ਕੋਈ ਨਹੀਂ ਸਕੇਗਾ। ਐਸੇ ਬੇਬਾਕੀ ਵਾਲੇ ਸ਼ਬਦ ਜਿਹੜੇ ਸਨ, ਨਿਰਭੈਤਾ ਵਾਲੇ, ਨਿਡਰਤਾ ਵਾਲੇ, ਉਹ ਮਾਤਾ ਸਾਹਿਬ ਮਾਤਾ ਗੰਗਾ ਜੀ ਕਰ ਸਕਦੇ, ਹੋਰ ਕੋਈ ਨਹੀਂ ਕਰ ਸਕਦਾ। ਤੇ ਜਦੋਂ ਇਹ ਬਚਨ ਕੀਤਾ, ਕਹਿਣ ਲੱਗੇ, ਜਹਾਂਗੀਰ ਦੇ ਬੁੱਲਾਂ ਨਾਲ ਬੁੱਲ ਜੁੜ ਗਏ, ਹੁਣ ਗੱਲ ਨਹੀਂ ਆਉਂਦੀ ਵੀ ਅੱਗੋਂ ਕੀ ਕਵਾਂ। ਮਾਤਾ ਜੀ ਕਹਿੰਦੇ, ਇਹਦਾ ਫੈਸਲਾ ਤੇ ਪ੍ਰਮਾਤਮਾ ਕਰੇਗਾ, ਫਿਕਰ ਨਾ ਕਰ, ਜੋ ਹੋਇਆ ਉਹਦਾ ਫੈਸਲਾ ਆਪੇ ਉਹ ਦੇਵੇਗਾ। ਇੱਥੇ ਸਿੱਖ ਗੱਲਾਂ ਕਰਦੇ, ਕਹਿੰਦੇ ਵੀ ਜਹਾਂਗੀਰ ਔਰੰਗਜ਼ੇਬ ਤੇ ਇੰਨੇ ਦੁੱਖ ਦਿੰਦਾ ਪਿਆ, ਮਹਾਰਾਜ ਨੇ ਪਤਾ ਨਹੀਂ ਕਿਉਂ ਮਾफ़ ਕਰੀ ਜਾਂਦੇ, ਕਿਉਂ ਨਹੀਂ ਉਹਨੂੰ ਕੁਝ ਕਹਿੰਦੇ। ਪਰ ਇਹ ਨਹੀਂ ਪਤਾ, ਸਤਿਗੁਰੂ ਪਾਤਸ਼ਾਹ ਚੁੱਪ ਤਾਂ ਨੇ, ਪ੍ਰਮਾਤਮਾ ਆਪੇ ਕਰੇਗਾ, ਉਹਦੇ ਘਰ ਵਿੱਚ ਨਿਆਂ ਹੈ। ਨਾਹੇ ਤਾਂ ਸੁਤ ਮਨ ਤਾਂ ਸਭ ਸਾਜ, ਨਹੀਂ ਤੇ ਮਹਾਰਾਜ ਜੇ ਆਪਣੀ ਆਈ ਤੇ ਆ ਜਾਣ, ਕੀ ਪੁੱਤਰ ਤੇ ਕੀ ਪਰਿਵਾਰ ਹੈ। ਅਰ ਤੁਰਕਨ ਕੋ ਜਹ ਲਗ ਇਹਨਾਂ ਰਾਜ, ਮੁਗਲਾਂ ਦਾ ਰਾਜ ਜਿੱਥੋਂ ਤੱਕ ਵੀ ਹੈ ਨਾ, ਦੂਰ ਦਰਾਡੇ ਤੱਕ ਜਿੱਥੋਂ ਤੱਕ ਵੀ ਇਹਨਾਂ ਦਾ ਰਾਜ ਹੈ। ਇੱਕ ਬੋਲ ਤੇ ਦੇਹ ਬਿਨਾਸ਼, ਸਤਿਗੁਰੂ ਇੱਕ ਬੋਲ ਦੇ ਨਾਲ ਹੀ ਨਾਸ਼ ਕਰ ਸਕਦੇ। ਤੇ ਕੀਤਾ ਨਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਕਾਈ ਦਾ ਬੂਟਾ ਪੱਟਦੇ ਪਏ, ਤੇ ਉਸ ਵੇਲੇ ਨੂਰਾ ਮਾਹੀ ਸੁਣਾਉਂਦਾ ਪਿਆ ਕਥਾ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ। ਇੱਧਰੋਂ ਸ਼ਹੀਦੀ ਦਾ ਬਚਨ ਮੂੰਹੋਂ ਨਿਕਲਿਆ, ਉਧਰੋਂ ਕਾਈ ਦਾ ਬੂਟਾ ਪਟਿਆ ਤੀਰ ਦੇ ਨਾਲ। ਕਹਿੰਦੇ ਨੂਰਿਆ ਮੁਗਲਾਂ ਦੀਆਂ ਜੜ੍ਹਾਂ ਹੀ ਪੱਟੀਆਂ ਗਈਆਂ, ਰਹੀਆਂ ਹੀ ਨਹੀਂ, ਖਾਰੇ ਸਮੁੰਦਰ ਵਿੱਚ ਪੈ ਗਈਆਂ। ਇਹ ਬਚਨ ਨੇ, ਉਹ ਨਹੀਂ ਰਿਹਾ ਰਾਜ ਉਹਨਾਂ ਦਾ। ਇੱਥੇ ਸਿੱਖ ਬਚਨ ਕਰਦੇ, ਮਹਾਰਾਜ ਸਮਰੱਥ ਨੇ, ਇਹ ਤੇ ਇੱਕ ਬਚਨ ਦੇ ਨਾਲ ਸਭ ਕੁਝ ਕਰ ਸਕਦੇ ਹਨ। ਜਥਾ ਬ੍ਰਜ ਗਿਰ ਜੋਤ ਤਰ ਘਾਸ, ਕਹਿਣ ਲੱਗੇ ਵੀ ਜਿਸ ਤਰ੍ਹਾਂ ਬ੍ਰਜ ਨਾਮ ਦਾ ਇੱਕ ਸ਼ਸਤਰ ਹੈ, ਤੇ ਕਹਿਣ ਲੱਗੇ ਵੀ ਉਹ ਵੱਡੇ ਵੱਡੇ ਪਹਾੜਾਂ ਨੂੰ ਨਾਸ਼ ਕਰ ਦਿੰਦਾ। ਬੜੀ ਲੰਮੀ ਕਥਾ, ਇਸ ਦਾ ਬੜਾ ਵੱਡਾ ਵਿਖਿਆਨ ਹੈ। ਸੋ